सतनाम करता पुरख निर्भौ निर्वैर अकाल मूरत अजूनी सैभं गुरु प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्णना साको, तू ठाकुर ऊंच भगवाना। तुमरी महिमा वर्णना साको, तू ठाकुर ऊंच भगवाना। सतनाम वाहेगुरु साहिब जियो। एक ओंकार सतगुर प्रसाद, राग सूही छंत महला चौथा कर दूजा। गुरमुख हर गुण गाए, हृदय रसन रसाए। गुरमुख हर गुण गाए, हृदय रसन रसाए। हर रसन रसाए मेरे प्रभ भाए, मिलया सहज सुभाए। अनदिन भोग भोगे सुख सोवै, शब्द रहै लिव लाए। वडै भाग गुर पूरा पाइयै, अनदिन नाम ते आए। सहजे सहज मिलया जग जीवन, नानक सुन समाए। संगत संत मिलाए, हर सर निर्मल नहाए। निर्मल जल नहाए मैल गवाए, भय पवित्र शरीरा। दुर्मत मैल गई भ्रम भागा, हौ मैं बिनठी पीरा। नदर प्रभु सतसंगत पाई, निज कर हुआ वासा। हर मंगल हर रसन रसाए, नानक नाम परगासा। अंतर रत्न विचारे, गुरमुख नाम प्यारे। हर नाम प्यारे शब्द निस्तारे, अज्ञान अंधेर गवाया। ज्ञान प्रचंड बलिया खट चानन, कर मंदर सोहाया। तन मन अर्प श्रृंगार बनाए, हर प्रभ साचे पाया। जो प्रभ कहे सोई पर कीजै, नानक अंक समाया। हर प्रभ काज रचाया, गुरमुख वियाहन आया। वियाहन आया गुरमुख हर पाया। सातन कंत प्यारी, संत जना मिल मंगल गाए। हर जियो आप सवारी, सुर नर गण गंधर्व मिले आए। अपूरब जंज बनाई, नानक प्रभ पाया मैं साचा। ना कदे मरै ना जाई। सुर नर गण गंधर्व मिले आए, अपूरब जंज बनाई। नानक प्रभ पाया मैं साचा, ना कदे मरै ना जाई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਨਵਾਜ਼ਿਸ਼, ਢਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਆਪ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਗੁਰਸ਼ਬਦ ਦੀ ਆਭਾ ਨਾਲ ਮੰਡਤ ਹੋ ਰਹੇ ਹੋ, ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ, ਜਿਸ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਹੋ ਰਹੀ ਹੈ। ਗੁਰੂ ਰਾਮਦਾਸ ਸਾਹਿਬ ਦੁਆਰਾ ਉਚਰਿਤ ਕੀਤੀ ਗਈ ਪਾਵਨ ਬਾਣੀ, ਇਹ ਲਗਾਤਾਰ ਸ਼ਬਦ ਬਾ ਸ਼ਬਦ ਅਸੀਂ ਵਿਚਾਰ ਰਹੇ ਹਾਂ। ਆਪ ਜੀ ਨੇ ਇਸ ਰਚਨਾ ਦਾ ਅਗਲੇਰਾ ਸ਼ਬਦ ਸਰਵਨ ਕੀਤਾ ਹੈ। ਵਿਚਾਰ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਇਸ ਪਾਵਨ ਸ਼ਬਦ ਦਾ ਸਮੁੱਚਾ ਸਿਰਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓੰਕਾਰ ਹੈ, ਅਵਿਤ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ, ਜਿਸ ਨੂੰ ਸਰਲ ਭਾਸ਼ਾ ਵਿੱਚ ਕਹੀਏ ਨਿਰਗੁਣ ਸਰੂਪ ਹੈ। ਮਤਲਬ ਇਹ ਕਿ ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਜੋ ਕੁਝ ਵੀ ਦਿਸਦਾ ਹੈ ਸਭ ਉਹਦੀ ਹੋਂਦ ਹੈ। ਉਸ ਓੰਕਾਰ ਦਾ ਹੀ ਆਕਾਰ ਹੈ ਸਭ ਇਸ ਰੂਪ ਦੇ ਅੰਦਰ, ਤੇ ਸਭ ਇੱਕ ਸੂਤਰਤਾ ਦੇ ਵਿੱਚ ਹੈ, ਭਾਵ ਇੱਕ ਧਾਰਾ ਤੋਂ ਹੀ ਆ ਰਿਹਾ ਹੈ, ਇੱਕ ਓੰਕਾਰ। ਇਹੋ ਜੀ ਓੰਕਾਰੀ ਸ਼ਕਤੀ ਜੋ ਐਗਜ਼ਿਸਟੈਂਸ ਆ, ਜੋ ਹੋਂਦ ਆ, ਉਹਦੇ ਨਾਲ ਅਸੀਂ ਸੁਰਤਿਆਬ ਕਿਵੇਂ ਹੋ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਕਨੈਕਟ ਕਿਵੇਂ ਕਰ ਸਕਦੇ ਹਾਂ, ਸਾਡੀ ਉਹਦੇ ਨਾਲ ਸਾਂਝ ਕਿਵੇਂ ਬਣ ਸਕਦੀ, ਅਸੀਂ ਉਹਦੇ ਬਾਰੇ ਅਵੇਅਰ ਕਿਵੇਂ ਹੋ ਸਕਦੇ ਹਾਂ। ਮਹਾਰਾਜ ਨੇ ਕਿਹਾ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ। ਜਦੋਂ ਸੱਚਾ ਗੁਰੂ ਨਵਾਜ਼ਿਸ਼ ਕਰਦਾ ਹੈ, ਬੰਦੇ ਨੂੰ ਵਿਜ਼ਨਰੀ ਬਣਾ ਦਿੰਦਾ ਹੈ, ਉਹਨੂੰ ਵਿਜ਼ਨ ਆ ਜਾਂਦਾ ਹੈ। ਇਹ ਜੋ ਚਾਰ ਚੁਫੇਰੇ ਪਸਰਿਆ ਪਸਾਰਾ ਹੈ, ਇਸ ਪਸਾਰੇ ਦੇ ਵਿੱਚ ਜੋ ਹਸਤੀ ਇਸ ਪਸਾਰੇ ਨੂੰ ਹੋਂਦ ਵਿੱਚ ਲਿਆ ਰਹੀ ਹੈ, ਉਹਦੇ ਨਾਲ ਸਾਂਝ ਬਣਾ ਸਕਣ ਦੀ ਐਬਿਲਿਟੀ, ਸਮਰੱਥਾ ਆ ਜਾਂਦੀ ਹੈ। ਸੋ ਇਹ ਹੈ ਸਤਿਗੁਰ ਪ੍ਰਸਾਦ। ਅੱਗੇ ਰਾਗ ਸੂਹੀ ਛੰਤ ਮਹੱਲਾ ਚੌਥਾ ਕਰ ਦੂਜਾ। ਸੂਹੀ ਰਾਗ ਵਿੱਚ ਛੰਤਾਂ ਦਾ ਸੰਦੇਸ਼ ਹੈ, ਇੱਕ ਪੋਇਟਿਕ ਸਿਸਟਮ ਆ ਜਿਹਦੇ 'ਚ ਗੁਰੂ ਸਾਹਿਬ ਨੇ ਬਾਣੀ ਉਚਰਿਤ ਕੀਤੀ ਹੈ। ਮੋਸਟਲੀ ਇਹ ਜੋ ਗ੍ਰਾਮੈਟੀਕਲ ਸਿਸਟਮ ਹੈ ਛੰਤ ਦਾ, ਇਹਦੇ 'ਚ ਚਾਰ ਪਦੇ ਹੁੰਦੇ ਨੇ, ਕਿਤੇ ਕਿਤੇ ਐਕਸੈਪਸ਼ਨਲ ਐਗਜ਼ਾਮਪਲ ਵੀ ਨੇ, ਪਰ ਮੋਸਟਲੀ ਚਾਰ ਪਦੇ ਨੇ। ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਉਚਰਿਤ ਕਰ ਰਹੇ ਨੇ। ਕਰ ਦੂਜਾ, ਕਿਉਂਕਿ ਗੁਰਬਾਣੀ ਸੰਗੀਤਬੱਧ ਹੈ ਮੋਸਟਲੀ, ਤੇ ਵੀ ਸ਼ਬਦ ਸੂਹੀ ਦੇ ਸਿਰਨਾਵੇਂ ਹੇਠ ਆ ਰਿਹਾ ਹੈ। ਹਿਦਾਇਤ ਇਹ ਹੈ ਜਦੋਂ ਗਾਇਨ ਕੀਤਾ ਜਾਏ ਤਾਂ ਮੈਲੋਡੀਅਸ ਨੋਟਸ ਦੇ ਵਿੱਚ, ਸੁਰਾਂ ਦੇ ਰੂਪ ਦੇ ਵਿੱਚ ਸੂਹੀ ਨੂੰ ਪ੍ਰਯੋਗ ਵਿੱਚ ਰੱਖਣਾ ਹੈ। ਪਰ ਕੱਲੀ ਸੁਰ ਨਹੀਂ, ਸੰਗੀਤ ਨੂੰ ਪੈਦਾ ਕਰਨ ਵਾਸਤੇ ਰਿਦਮ, ਥਾਪ ਵੀ ਹੁੰਦੀ ਹੈ। ਸੋ ਥਾਪਾਂ ਗੋਚਰੇ ਦੂਸਰੇ ਘਰ ਨੂੰ ਪ੍ਰਯੋਗ ਵਿੱਚ ਰੱਖਣਾ ਹੈ। ਇਹ ਹਿਦਾਇਤੀ ਸੰਕੇਤ ਨੇ। ਅੱਗੇ ਸ਼ਬਦ ਪ੍ਰਾਰੰਭ ਹੋ ਰਿਹਾ ਹੈ, ਪਦਾ ਬਾ ਪਦਾ, ਜਿਵੇਂ ਸਮਾਂ ਅਲਾਓ ਕਰੇਗਾ ਉਸ ਤਰੀਕੇ ਨਾਲ ਅਸੀਂ ਵਿਚਾਰਦੇ ਹਾਂ। ਸਭ ਜ਼ਿਕਰ ਕਰ ਰਹੇ ਨੇ, ਗੁਰਮੁਖ ਹਰ ਗੁਣ ਗਾਏ, ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ। ਗੁਰਮੁਖ ਹਰ ਗੁਣ ਗਾਏ। ਗੁਰਮੁਖ ਜਿਹਦਾ ਮਾਇਨਾ ਸਿੱਧੇ ਤੌਰ 'ਤੇ ਇੱਥੇ ਬਣ ਰਿਹਾ ਹੈ, ਗੁਰੂ ਵੱਲ ਮੁਖ ਕਰਕੇ, ਭਾਵ ਗੁਰੂ ਆਸ਼ੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਕੇ, ਜੀ ਕੇ, ਗੁਰੂ ਮੁਤਾਬਕ ਹੋ ਕੇ ਗੁਰਮੁਖ ਹਰ ਗੁਣ ਗਾਏ। ਇਸ ਤਰ੍ਹਾਂ ਜਾਣੋ ਕਿ ਹਰੀ ਦਾ ਗੁਣ ਗਾਇਨ ਕੀਤਾ ਜਾ ਸਕਦਾ ਹੈ। ਇਹਦੀ ਜਿਹੜੀ ਬੇਸਿਕ ਲਾਈਨ ਉਹ ਇਹ ਹੈ, ਬੰਦੇ ਨੇ ਹਰੀ ਦਾ ਗੁਣਗਾਨ ਕਰਨਾ ਹੈ। ਬਾਣੀ ਵਾਰ-ਵਾਰ ਕਹਿੰਦੀ ਹੈ, ਕਰਤਾਰ ਪੁਰਖ ਵਾਹਿਗੁਰੂ ਨੂੰ ਧਿਆ। ਜੇ ਕਿਤੇ ਬੰਦਾ ਫੇਲ ਵੀ ਹੁੰਦਾ ਹੈ ਤੇ ਬਾਣੀ ਦਾ ਸਾਨੂੰ ਹਲੂਣਾ ਵੀ ਹੁੰਦਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਬੰਦੇ ਗੁਣ ਗੋਬਿੰਦ ਗਾਇਓ ਨਹੀਂ, ਤੂੰ ਤੇ ਗਾਏ ਹੀ ਨਹੀਂ ਗੋਬਿੰਦ ਦੇ ਗੁਣ, ਤੇ ਇਹ ਨਾ ਗਾਣ ਕਰਕੇ ਤੇਰਾ ਜੀਵਨ ਹੀ ਬੇਅਰਥ ਹੋ ਗਿਆ। ਮਤਲਬ ਗੋਬਿੰਦ ਦੇ ਗੁਣਾਂ ਦਾ ਗਾਇਨ ਇਹ ਬੜਾ ਲਾਜ਼ਮੀ ਜੀਵਨ ਪ੍ਰਸੰਗ, ਜਾਂ ਬੜਾ ਲਾਜ਼ਮੀ ਜੀਵਨ
ਇੱਕ ਜੀਵਨ ਦੇ ਵਿੱਚ ਐਕਟ ਆ, ਇੱਕ ਉਹਦਾ ਅਮਲ ਆ। ਹਾਂ ਭਾਈ, ਬਾਣੀ ਵਾਰ-ਵਾਰ ਕਹਿ ਰਹੀ ਹੈ, ਪਰ ਉਹਦੇ 'ਚ ਇਹ ਵੀ ਹੈ ਵੀ ਜਿਹੜਾ ਗੁਣਗਾਨ ਕਰਨਾ ਆ ਉਸ ਰੱਬ ਜੀ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਆ, ਉਹ ਮੌਲਿਕ ਰੂਪ ਵਿੱਚ ਬਾਤ ਕੀ ਹੈ। ਜਿਵੇਂ ਸਾਹਿਬ ਕਿਤੇ ਅਸੀਂ ਹੁਕਮਨਾਮੇ ਦਾ ਸ਼ਬਦ ਪੜ੍ਹਦੇ ਹਾਂ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੀ ਜਿਹੜਾ ਉਹਦਾ ਵੰਦਨ ਆ, ਮਤਲਬ ਕਈ ਵਾਰ ਲੋਕੀ ਕਿਸੇ ਸਕੂਲ ਆਫ ਥਾਟ ਦੇ ਵਿੱਚ, ਇਸ ਰਾਏ ਦੇ ਵਿੱਚ, ਖਿਆਲ ਦੇ ਵਿੱਚ ਸਟਕ ਹੋ ਜਾਂਦੇ ਕਿ ਕਿਸੇ ਖਾਸ ਟੈਕਨੀਕ ਦੇ ਨਾਲ ਮੈਂ ਵਰਸ਼ਿਪ ਕਰਾਂਗਾ ਰੱਬ ਦੀ, ਮੈਂ ਪੂਜਾ ਕਰਾਂਗਾ, ਮੈਂ ਉਹਨੂੰ ਨਮਸਕਾਰ ਕਰਾਂਗਾ, ਮੈਂ ਉਹਨੂੰ ਰਿਸਪੈਕਟ ਪੇ ਕਰਾਂਗਾ, ਵੀ ਸਰਟਨ ਟਾਈਪ ਆਫ ਰਿਚੁਅਲਸ ਜਿਹੜੇ ਜੇ ਮੈਂ ਕਰ ਪਾਵਾਂਗਾ, ਸ਼ਾਇਦ ਇਹਦੇ ਨਾਲ ਰੱਬ ਖੁਸ਼ ਹੋ ਜਾਏਗਾ। ਸਾਡੇ ਉਸ ਖਿੱਤੇ ਦੇ ਵਿੱਚ, ਹਾਲਾਂਕਿ ਦੁਨੀਆ ਪੱਧਰ 'ਤੇ ਵੈਸੇ ਹੈ, ਪਰ ਸਾਡੇ ਉਸ ਖਿੱਤੇ 'ਚ ਖਾਸ ਕਰਕੇ ਜਿਹੜਾ ਇਸ ਕਿਸਮ ਦਾ ਮਕੈਨਿਜ਼ਮ ਹੈਗਾ ਵੀ ਖਾਸ ਤਰ੍ਹਾਂ ਦਾ ਜਪ ਹੋਣਾ ਚਾਹੀਦਾ ਹੈ, ਖਾਸ ਤਰ੍ਹਾਂ ਦੀ ਤਪੱਸਿਆ ਹੋਣੀ ਚਾਹੀਦੀ ਹੈ, ਖਾਸ ਤਰ੍ਹਾਂ ਦੇ ਧਰਮ ਕਰਮ ਹੋਣੇ ਚਾਹੀਦੇ ਨੇ, ਅਤੇ ਲੋਕ ਉਹ ਬਹੁਤ ਬਕਾਇਦਾ ਤੌਰ 'ਤੇ ਬੜੇ ਡਿਸਿਪਲਿਨ ਦੇ ਨਾਲ ਉਹੋ ਜਿਹੇ ਸਾਰੇ ਰਿਚੁਅਲਸ, ਸਾਰੇ ਡਿਫਰੈਂਟ ਜਿਹੜੇ ਧਰਮ ਕਰਮ ਨੇ ਉਹਨਾਂ ਨੂੰ ਕਰਦੇ। ਮਗਰ ਇਹ ਸਭ ਕਰਨ ਦੇ ਬਾਵਜੂਦ ਵੀ ਤੁਸੀਂ ਮਤਲਬ ਦੇਖੋ ਸੋਸਾਇਟੀ ਦੀ ਹਾਲਤ ਕੀ ਹੈ। ਸੋਸਾਇਟੀ ਐਟ ਲਾਰਜ, ਉਸ ਖਿੱਤੇ ਦੀ ਮੈਂ ਬਾਤ ਕਰਾਂ ਸਾਰੇ ਦੀ, ਕਿਤਨੀ ਇੰਟੋਲਰੈਂਸ ਆ, ਕਿਤਨੀ ਅਸਹਿਣਸ਼ੀਲਤਾ ਹੈ ਇੱਕ ਦੂਸਰੇ ਦੇ ਪ੍ਰਤੀ। ਮਤਲਬ ਇਹ ਕਿ ਦੁਨੀਆ ਤੇ ਕਈ ਵਾਰੀ ਦੇਖ ਕੇ ਬੜੀ ਹੈਰਾਨਕੁਨ ਹੋ ਜਾਂਦੀ ਹੈ ਵੀ ਆਖਰਕਾਰ ਇਹ ਬਾਤ ਕੀ ਹੋ ਰਹੀ ਹੈ। ਇੱਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ, ਇੱਕ ਦੂਜੇ ਦੇ ਧਾਰਮਿਕ ਅਸਥਾਨ ਢਾਣ ਤੱਕ ਤੁਰ ਜਾਣਾ, ਇੱਕ ਦੂਜੇ ਨੂੰ ਕਤਲੋਗਾਰ ਤੱਕ ਚਲੇ ਜਾਣਾ। ਉਹੀ ਲੋਕ ਜਿਹੜੇ ਇੱਕ ਲੈਵਲ 'ਤੇ ਕਹਿੰਦੇ ਕਿ ਅਸੀਂ ਬੜੇ ਰਿਲੀਜੀਅਸ ਹਾਂ, ਅਸੀਂ ਤੇ ਬਿਲਕੁਲ ਅਹਿੰਸਾ ਪਰਮ ਧਰਮੋ, ਨੋਨ ਵਾਇਲੈਂਸ ਵੇ ਦੇ ਨਾਲ, ਬਿਲਕੁਲ ਇਸ ਤਰੀਕੇ ਨਾਲ ਕਿ ਸਾਡਾ ਤੇ ਵਿਸ਼ਵਾਸ ਹੀ ਸਾਰਾ ਦਾ ਸਾਰਾ ਕੰਪੈਸ਼ਨ ਤੇ ਕਰਸੀ ਤੇ ਖੜਾ ਆ। ਮਤਲਬ ਜਦੋਂ ਬਿਹੇਵ ਕਰਦੇ ਤੇ ਕੈਸਾ ਵਿਹਾਰ ਕਰਦੇ, ਇੱਕ ਦੂਜੇ ਨੂੰ ਕਤਲ ਕਰਨ, ਉਹ ਸਭ ਦੇ ਰੂਪ ਵਿੱਚ ਆ ਜਾਂਦੇ। ਮਤਲਬ ਭਾਵੇਂ ਉਹਦੇ 'ਚ ਡੰਡੌਤਾਂ ਕੀਤੀਆਂ ਨੇ, ਪੂਜਾ ਕੀਤੀਆਂ ਨੇ, ਬੜੇ ਡਿਫਰੈਂਟ ਵੇ ਦੀ ਅਰਚਨਾ ਆਦਿ ਕੀਤੀ ਹੈ, ਪਰ ਉਹਦਾ ਜਿਹੜਾ ਅਸਲ ਅੰਡਰਸਟੈਂਡਿੰਗ ਸੀ, ਉਹਦੀ ਜਿਹੜੀ ਸਮਝ ਸੀਗੀ, ਉਹ ਡਿਵੈਲਪ ਨਾ ਹੋਈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਜਿਹੜੀ ਅਸਲ ਵੰਦਨਾ ਆ ਉਹ ਗੋਪਾਲ ਦੇ ਗੁਣਾਂ ਨੂੰ ਗਾਇਨ ਕਰਨਾ ਹੀ ਹੈ, ਗੋਪਾਲ ਦੇ ਗੁਣਾਂ ਦੇ ਨਾਲ ਆਪਣੇ ਆਪ ਨੂੰ ਆਤਮਸਾਤ ਕਰਨਾ ਆ। ਫਿਰ ਇਹਦੇ 'ਚ ਸਾਹਿਬ ਨੇ ਹੋਰ ਵੀ ਬਿਆਨ ਕੀਤਾ, ਕਿਉਂਕਿ ਇੱਥੇ ਬਚਨ ਹੈ ਗੁਰਮੁਖ ਹਰ ਗੁਣ ਗਾਏ। ਫਿਰ ਗੁਰੂ ਮਹਾਰਾਜ ਦੇ ਅਸੀਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ। ਸਾਹਿਬ ਕਹਿੰਦੇ, ਹੇ ਪਰਿਪੂਰਨ, ਹੇ ਕਰਤਾਰ, ਤੇਰੇ ਅੱਗੇ ਅਰਦਾਸ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਸਾਰੇ ਗੁਣਾਂ ਦਾ ਮਾਲਕ, ਸਮੁੱਚੇ ਜਿਤਨੇ ਵੀ ਸ਼ੋਭਨਿਕਤਾ ਦੇ ਇੱਕ ਪੱਖ ਨੇ, ਮਨੁੱਖਤਾ ਕਿਸੇ ਲੈਵਲ 'ਤੇ ਵੀ ਉਹਨਾਂ ਨੂੰ ਮਾਣਦੀ ਹੈ, ਇੰਜੋਏ ਕਰਦੀ ਹੈ, ਉਹਨਾਂ ਦਾ ਇਹਤਰਾਮ ਕਰਦੀ, ਉਹਨਾਂ ਨੂੰ ਐਡਮਾਇਰ ਕਰਦੀ ਹੈ। ਇਹ ਸਭ ਤੇਰੀ ਹੀ ਰਿਫਲੈਕਸ਼ਨ ਹੈ, ਤੇਰੇ ਵਿੱਚੋਂ ਹੀ ਆਉਂਦੇ ਨੇ। ਸੋ ਜ਼ਿਕਰ ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਹਾਂ, ਮੇਰੀ ਜਿਹੜੀ ਲੋੜ ਆ ਉਹ ਇਹ ਹੈ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਮੈਂ ਗੁਣ ਗ੍ਰਹਿਣ ਨਹੀਂ ਕਰਾਂਗਾ, ਮੈਂ ਭਗਤੀ ਦੇ ਰੰਗ ਵਿੱਚ ਨਹੀਂ ਰੰਗਿਆ ਜਾ ਸਕਾਂਗਾ। ਸੋ ਇਸ ਕਰਕੇ ਹੇ ਵਾਹਿਗੁਰੂ ਜੀ, ਮੈਨੂੰ ਇਸ ਰੰਗ 'ਚ ਰੰਗ ਦੇ, ਮੈਨੂੰ ਇਹਦੇ ਨਾਲ ਜਿਹੜਾ ਹੈਗਾ ਐਸੋਸੀਏਟ ਹੋਣ ਦੀ, ਐਸੋਸੀਏਸ਼ਨ ਬਣਾਉਣ ਦੀ ਜਾਚ ਸਿਖਾ ਦੇ। ਸੋ ਇਹ ਵੀ ਬਾਤ ਕੀਤੀ ਗਈ। ਮਗਰ ਕਿਤੇ ਸਾਹਿਬ ਜ਼ਿਕਰ ਕਰਦੇ ਕਿ ਮਤਲਬ ਇਹ ਤੇ ਹੈ ਵੀ ਜੇ ਤੂੰ ਗੁਣ ਗਾਏਗਾ ਤੇਰੇ ਅੰਦਰ ਦੀ ਮੈਲ ਲੈ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਇਹ ਚੀਜ਼ ਹੋ ਸਕਦੀ ਹੈ, ਪੋਸੀਬਲ ਆ, ਪਰ ਮਨ ਕਰ ਕਭੂ ਨਾ ਹਰ ਗੁਣ ਗਾਇਓ। ਜੇ ਇਹ ਚੀਜ਼ ਅੰਦਰੋਂ ਆਈ ਨਾ, ਕਈ ਵਾਰੀ ਵੀ ਹੁੰਦਾ ਗਾਇਨ ਕਰਨਾ ਤੇ ਉਹਦਾ ਪ੍ਰਭਾਵ ਜੀਵਨ ਵਿੱਚ ਕਬੂਲਣਾ, ਇਹ ਦੋਵੇਂ ਦੋ ਡਿਫਰੈਂਟ ਕਰਮ ਬੰਦੇ ਦੇ ਹੋ ਜਾਂਦੇ। ਬੰਦਾ ਬੋਲ ਕੁਝ ਰਿਹਾ ਹੈ, ਕਰ ਕੁਝ ਰਿਹਾ ਹੈ। ਇਸ ਨੂੰ ਜੇ ਬਿਲਾਸਮਈ ਰੂਪ ਵਿੱਚ ਕਹਾਂ ਤੇ ਮੈਨੂੰ ਯਾਦ ਆ, ਕਾਫੀ ਸਾਲ ਪਹਿਲਾਂ ਮੈਂ ਕੈਲੀਫੋਰਨੀਆ ਸੀਗਾ ਇੱਕ ਵਾਰੀ, ਅਤੇ ਉੱਥੇ ਇੱਕ ਛੋਟਾ ਜਿਹਾ ਕੋਈ ਪ੍ਰੋਗਰਾਮ ਸੀਗਾ, ਸੋਸ਼ਲ ਗੈਦਰਿੰਗ ਦਾ, ਕੋਈ ਸ਼ਾਇਦ ਕਵੀ ਸੰਮੇਲਨ ਵਗੈਰਾ ਹੋ ਰਿਹਾ ਸੀ। ਬਾਈ ਚਾਂਸ ਮੈਨੂੰ ਵੀ ਪਾਰਟੀਸਪੇਟ ਕਰਨ ਦਾ ਮੌਕਾ ਬਣਿਆ।
उत्ते छोटे छोटे दो बच्चे, तो उन्होंने बड़ी सोहनी कविता पढ़ी, मतलब स्टेज शेयर करदियां होया। तो कविता का जिहड़ा मुख पक्ष ये सीगा भी ऐ माँ ऐ दादी तू साडे नाल पंजाबी बोलिया कर, ऐ माँ ऐ दादी तू सानू जिहड़ा हैगा नींबू पानी सकंजवी बना के दिया कर, सानू तू रोटी ते देसी खुराक वो खुआया कर। मतलब एक अपने कल्चर की काफ़ी सारी उन्होंने एडवोकेसी करदियां होया बात की, तो बड़ा सोहना लगा। लोगों ने ताड़ियां भी खूब मारियां कि बच्चे देखो क्या कमाल की एडवाइस कर रहे हैं। वो जो सारा कुछ बोल के थले आए, तो बाई चांस मैं कोल ही बैठा सीगा, तो उन्होंने नाल अपनी माँ दे नाल झगड़न लग गए। तो जो झगड़ रहे थे, आर्गूमेंट कर रहे थे, वो भी इंग्लिश में। वो उन्होंने कहती भी कि ठहर जो दो पल ही। वो कहते नहीं, मैं उन्होंने पूछा की गल है। वो कहती भी इन्होंने मैं प्रॉमिस किया सीगा भी तुसीं एक कविता पढ़ आओ तो फिर मैं तुहानू कोक पीण वास्ते देवांगी। मतलब लालच ये दिता जा रहा है भी तेनू कोक पीण नू मिलेगा, तो कविता नींबू पानी सकंजवी ते हैल्दी फूड चॉइसिस ये तो पढ़ी जा रही है। मतलब ये सिर्फ एक मिसाली तौर से बात लईए, सच्चाई ये हुई है संसार दे विच जिन्होंने साहब ने कहा गल्ली असी चंगियां आचारी बुरियां। गल्लां बातां विच ते बहुत कुछ चंगा हो सकता है, पर जो आचार विहार की गल आएगी, जो प्रैक्टिकल वे दे नाल बात आएगी, इत्थे है गुरमुख हर गुण गाए। हर गुण गाना सिर्फ एक मकैनिकल एक्सरसाइज नहीं है, जस्ट एक कुछ पलों की पूजा अर्चना कर ली है सब। हुण सारी बाणी रब का गुणगान ही, उसकी वडियाई है सारी। कितों पढ़नी शुरू कर दो। गुरु बाबा जी ने खुद ये शब्द लिखे, बाणी दसी पढ़ते हैं। महाराज कहते कि पाठ पढ़ियो अर वेद विचारियो निवल पुहंगम साधे, पंच जना से संग न छुटक्यो अधिक अहंग बुद्ध बाधे। भाई किते गए पाठ, भाई कल्ले पाठ नहीं फलसफे भी विचार ले गए। मतलब ये भी नहीं जरूर है कि बंदे ने सिर्फ अखर ही पढ़े, जिवें आपां बात कर रहे हैं बड़ी डिटेल्ड वे दे नाल उहदी तकरीर हो गई, तकरीर सुन लई, बड़े दार्शनिक पक्ष तो गल्लां बातां भी उच्चे आसमान दियां उडारियां लग गया बंदा लाण। पर होया कि क्या पाठ पढ़ियो और वेद विचारियो निवल पुहंगम साधे। निवल पुहंगम ये भी एक शरीरक मकैनिकल एक्सरसाइज है, जिन्होंने कुंडलनी जगाना या सब कुछ कहते हैं। मतलब अयोम बयोम कह लो, कपाल भारती कह लो, ये बड़ियां एक्सरसाइज योगिक वगैरह क्रियावां दे नाल लोकी करदे। वो सारे दे नाल एक शरीरक एक्सरसाइज करदियां होया बंदा एक खास जिहड़ी मैडिटेशन दी स्टेज आ उहनूं वर्ण कर लैंदा। ते सोचा गया कि इहदे नाल बड़ी वड्डी प्राप्ति हो गई। सब कहंदे हकीकी बात ये नहीं, हकीकत है तेनों अमल विच पा के पता लगेगा। जे तेरे अंदर उही अलामत रही जिदा बात क्या भी निवल पुहंगम साधे, पंच जना से संग ना छुटक्यो। पंज चोर, क्रोध उस तरह आ रहा है, अहंकार उस तरह सिर ते बैठा है, मोह बैठा है, वासना बैठी है, जेड़ा खास करके लालच आ वो इंतहा वधिया पिया। भई इस सारी अलामत दे विच ही जे बंदे दी एनर्जी सारी वेस्ट हो रही है, कादा पाठ पढ़िया, फिर कादा गुणगान किया, कादी उस रब्बी वडियाई ते स्तुति दे विच अपने आप नूं लगाया। वो तो इस तरह आ कि सब वो एक तरह दे नाल बंदे ने अपनी एनर्जी किसी तो वेस्ट कर ली उस रूप दे विच। सब कहते पंच सना सो संग ना छुटक्यो। हाँ एक चीज़ जरूर हो गई, अधिक अहंग बुद्ध बाधे, हंकार विच इजाफेदारी दूर होर वध गई। वो ना घटी बल्कि दूर ना हो होर वध गई, तो इजाफा हो गया। ये बाबत सियाणे लोगों ने, जिहड़े लोग लिटरली बड़े स्ट्रोंग ने, जिहड़े लोग थोड़े बहुते ह्यूमन बिहेवियर के बाबत वाकफियत रखते, उन्होंने क्या एक आम आदमी उन्ना हंकारी नहीं होंदा जिन्ना धार्मिक आदमी हंकारी हो जाता है। क्योंकि उन्हें लगता है मैं तो दूजियां तो वखरे धर्म कर्म करन लग गया, मेरी तो पहचान ही बड़ी वखरी हो गई है। सो ये सब चीज़ां गुणगान करने विच नहीं गिणियां जा सकदियां। असीं इन्हां नूं वी कैन नॉट कंसीडर दैम एज रिलीजियस एक्टिविटी और एज ए स्पिरिचुअल प्रैक्टिसिस। बाबा जी कहंदे गुरमुख जे तुसीं गुरु वल मूँह करोगे, थे प्रभास में आपने जो हुक्मनामे का वाक सुनिया होए
ਤੇ ਮਹਾਰਾਜ ਉਹ ਜਿਹੜਾ ਬਿਆਨ ਕਰ ਰਹੇ ਸੀ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ। ਇਹ ਗੁਰਮੁਖ ਆ, ਗੁਰਮੁਖ ਹੋਇਆ ਜੋ ਗੁਰ ਕਹੈ ਸੋਈ ਪਲ ਮਾਨੋ। ਜਿਵੇਂ ਗੁਰੂ ਨੇ ਕਿਹਾ ਉਵੇਂ ਭਲਾ ਕਰਕੇ ਮੰਨ ਲਿਆ, ਸੱਚ ਕਰਕੇ ਐਜ਼ ਇਟ ਇਜ਼ ਅਡੋਪਟ ਕਰ ਲਿਆ। ਇਹ ਹੈ ਗੁਰਮੁਖ ਹਰ ਗੁਣ ਗਾਏ, ਗੁਰੂ ਆਸ਼ੇ ਮੁਤਾਬਕ ਉਸ ਗੁਣਗਾਨ ਦੇ ਵਿੱਚ ਆਪਣੇ ਆਪ ਨੂੰ ਲਗਾ ਲਿਆ। ਇਹਦੇ ਵਿੱਚ ਵੀ ਕੁਝ ਵਿਆਹ ਦਾ ਜ਼ਿਕਰ ਹੈ। ਬੀਤਿਆ ਜੋ ਪਦਾ ਸੀਗਾ, ਜੋ ਪਿੱਛੇ ਅਸੀਂ ਵਿਚਾਰ ਰਹੇ ਸੀਗੇ, ਉਹ ਤੇ ਲਾਵਾਂ ਦਾ ਪਾਠ ਸੀਗਾ ਤੇ ਉਹਦੇ ਵਿੱਚ ਵਾਰ-ਵਾਰ ਗੁਰੂ ਕੁਝ ਖਾਸ ਕਿਸਮ ਦੀਆਂ ਸਿੱਖਿਆਵਾਂ, ਟੀਚਿੰਗਸ ਸਾਨੂੰ ਦੇ ਰਿਹਾ ਸੀਗਾ, ਜਿਹੜੀਆਂ ਹੈਲਪ ਕਰ ਰਹੀਆਂ ਸੀ ਸਾਨੂੰ ਕੁਝ ਜੀਵਨ ਦੇ ਵਿੱਚ ਕੁਝ ਖਾਸ ਜੋ ਡਿਸਿਪਲਿਨ ਹੈ ਉਹਨੂੰ ਅਡਾਪਟ ਕਰਨ ਵਾਸਤੇ। ਬੰਦਾ ਉਸ ਡਿਸਿਪਲਿਨ ਨੂੰ ਅਡਾਪਟ ਨਾ ਕਰੇ, ਗੱਲਾਂ ਕਰੀ ਜਾਏ। ਸਪੋਜ਼ ਇਹਨੂੰ ਹੋਰ ਸਰਲ ਕਰ ਲਈਏ, ਆਪਾਂ ਕਿਸੇ ਨੂੰ ਕੰਸਲਟ ਕਰਨ ਵਾਸਤੇ ਜਾਈਏ ਤੇ ਕੰਸਲਟ ਕਰਨ ਦੇ ਦੌਰਾਨ ਅਗਲਾ ਬੰਦਾ ਸਾਨੂੰ ਕਹੇ, ਕਿਸੇ ਤਰ੍ਹਾਂ ਦੀ ਕੰਸਲਟੇਸ਼ਨ ਹੋ ਸਕਦੀ ਹੈ। ਸਪੋਜ਼ ਕੰਸਲਟੇਸ਼ਨ ਬਹੁਤ ਸਿੰਪਲ ਆ ਜਾਏ, ਸਿੰਪਲ ਇਹ ਕਿ ਅਸੀਂ ਥੋੜ੍ਹਾ ਬਹੁਤਾ ਕੁਝ ਜੀਵਨ ਦੇ 'ਚ ਚੇਂਜ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਸਾਨੂੰ ਸਮਝ ਨਹੀਂ ਆ ਰਹੀ ਆਪਣੇ ਟਾਈਮ ਮੈਨੇਜਮੈਂਟ ਵਾਸਤੇ, ਤਾਂ ਉਹਨੂੰ ਸੁਜੈਸਟ ਕਰੇ ਵੀ ਅੱਛਾ ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ 2 ਐਟਲੀਸਟ ਜਿਹੜੀਆਂ ਨੇ ਇੱਕ ਕਲੌਕ ਖਰੀਦ ਕੇ ਲਿਆਓ, ਵਾਲ ਕਲੌਕ, ਤੇ ਇੱਕ ਰਿਸਟ ਵਾਚ ਜਿਹੜੀ ਆ ਉਹ ਖਰੀਦ ਕੇ ਲਿਆਓ। ਠੀਕ ਹੈ ਜੀ, ਪੇਪਰ 'ਤੇ ਲਿਖ ਲਿਆ ਉਸ ਰੂਪ ਦੇ ਵਿੱਚ। ਉਸ ਤੋਂ ਬਾਅਦ ਹੋਇਆ ਕਿ ਇਹ ਕਲੌਕ ਜਿਹੜੀ ਹੈਗੀ ਏ ਦੀਵਾਰ 'ਤੇ, ਵਾਲ 'ਤੇ ਲਗਾਉਣੀ ਹੈ ਫਲਾਂ ਜਗ੍ਹਾ 'ਤੇ। ਰਿਸਟ ਵਾਚ ਜਿਹੜੀ ਹੈ ਤੁਸੀਂ ਹੱਥ 'ਤੇ ਪਾਉਣੀ ਹੈਗੀ ਹੈ। ਠੀਕ ਹੈ ਜੀ, ਜਾਂ ਕੁਝ ਟਾਈਮਰ ਵਗੈਰਾ ਸੈੱਟ ਕਰਨ ਦਾ ਕੁਝ ਇੰਸਟਰੂਮੈਂਟਸ ਕਹਿੰਦਾ ਉਹ ਵੀ ਬਾਏ ਕਰ ਲਿਆਂਦੇ। ਫਿਰ ਉਹ ਸਮਝਾਉਂਦਾ ਆ ਕਿ ਭਾਈ ਤੁਸੀਂ ਹੁਣ ਕਿਸੇ ਪੇਪਰ 'ਤੇ ਜਾਂ ਬੋਰਡ 'ਤੇ ਲਿਖਣਾ ਹੈ ਵੀ ਤੁਹਾਡੇ ਸਵੇਰ ਤੋਂ ਸ਼ਾਮ ਤੱਕ ਪਲਾਨ ਕੀ ਨੇ, ਟਾਈਮ ਸੈੱਟ, ਲਾਈਨ, ਸਭ ਚੀਜ਼ਾਂ ਉਹ ਦੱਸੀ ਗਿਆ। ਬੰਦਾ ਸੁਣੀ ਗਿਆ, ਉਹਦੇ ਨਾਲ ਐਗਰੀ ਵੀ ਕਰਦਾ ਗਿਆ। ਫਿਰ ਇਕੱਲਾ ਇਹ ਨਹੀਂ ਬਲਕਿ ਪ੍ਰੋਪਰਲੀ ਨੋਟਸ ਵੀ ਲੈ ਲਏ ਸਾਰੇ ਦੇ ਸਾਰੇ। ਮਗਰ ਜਿਵੇਂ ਹੀ ਉਸ ਕੰਸਲਟੇਸ਼ਨ ਵਾਲੀ ਸੈਟਿੰਗਸ ਵਿੱਚੋਂ ਬਾਹਰ ਨਿਕਲਿਆ ਤੇ ਉਹ ਸਾਰਾ ਕੁਝ ਵਸਾਰ ਦਿੱਤਾ। ਹੁਣ ਹੋਇਆ ਇਹ ਕਿ 2 ਹਫ਼ਤੇ ਹੋਏ ਜਾਂ ਹਫ਼ਤਾ ਹੋਇਆ ਤੇ ਉਸ ਤੋਂ ਬਾਅਦ ਸ਼ਿਕਾਇਤ ਲੈ ਕੇ ਗਿਆ ਵੀ ਭਾਈ ਤੇਰੀ ਕੰਸਲਟੇਸ਼ਨ ਦਾ ਤੇ ਕੋਈ ਬੈਨੀਫਿਟ ਨਹੀਂ ਆਇਆ। ਵਟ, ਕੀ ਹੋਇਆ? ਹੋਣਾ ਕੀ ਹੈ, ਕੋਈ ਚੀਜ਼ ਵੀ ਕਿਸੇ ਤਰੀਕੇ ਨਾਲ ਸੈਟਲ ਨਹੀਂ ਆਈ। ਅਗਲਾ ਪੁੱਛੇ ਵੀ ਅੱਛਾ ਤੁਸੀਂ ਆ ਸਾਰੀ ਸਟ੍ਰੈਟਜੀ ਫੋਲੋ ਕੀਤੀ ਸੀਗੀ? ਬਈ ਕਿਹੜੀ ਸਟ੍ਰੈਟਜੀ? ਬਈ ਇੱਕ ਤੁਸੀਂ ਵਾਲ ਕਲੌਕ ਖਰੀਦ ਕੇ ਲਿਆਉਣੀ ਸੀ, ਰਿਸਟ ਵਾਚ ਲੈ ਕੇ ਆਉਣੀ ਸੀ, ਇੱਕ ਜਿਹੜਾ ਹੈਗਾ ਵਾਈਟ ਬੋਰਡ ਲੈ ਕੇ ਆਉਣਾ ਸੀਗਾ, ਪੇਪਰ ਵਰਕ, ਨੋਟਸ ਕੱਢੋ ਸਾਰੇ ਲਿਖੇ ਬਿਲਕੁਲ ਪ੍ਰੋਪਰਲੀ, ਪਰ ਫੋਲੋ ਨਹੀਂ ਕੁਛ ਵੀ ਕੀਤਾ। ਜੇ ਮੈਂ ਇਸ ਨੂੰ ਗੁਰਬਾਣੀ ਦੀ ਭਾਸ਼ਾ ਵਿੱਚ ਕਹਾਂ, ਤੁਸੀਂ ਭਾਈ ਗੁਰਦਾਸ ਜੀ ਦਾ ਪਦਾ ਪੜ੍ਹਦੇ ਆ, ਉਹ ਕਹਿੰਦੇ ਪੁੱਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤ ਨ ਸਿਜਾਈ ਹੈ। ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈ ਹੈ। ਉਹ ਕਹਿੰਦੇ ਬੰਦਾ ਪੁੱਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ, ਰਾਹ ਪੁੱਛ ਲਿਆ। ਸਪੋਜ਼ ਕਿਸੇ ਨੂੰ ਕਾਲ ਕਰਕੇ ਕਿਸੇ ਜਗ੍ਹਾ ਤੇ ਜਾਣ ਦੀ ਡਾਇਰੈਕਸ਼ਨ ਲੈ ਲਈ, ਉਹਨੇ ਪ੍ਰੋਪਰ ਡਾਇਰੈਕਸ਼ਨ ਸਮਝਾ ਦਿੱਤੀ। ਜਾਂ ਅੱਜ ਕੱਲ੍ਹ ਤਾਂ ਬੜਾ ਈਜ਼ੀ ਹੈ, ਗੂਗਲ ਮੈਪ 'ਤੇ ਗਏ, ਜਾ ਕੇ ਉੱਥੇ ਐਡਰੈਸ ਪਾਇਆ, ਆਪਣਾ ਐਡਰੈਸ ਪਾਇਆ, ਪ੍ਰੋਪਰ ਡਾਇਰੈਕਸ਼ਨ ਲੈ ਲਈ, ਸਾਰੀ ਟਾਈਮ ਵੀ ਪਤਾ ਲੱਗ ਗਿਆ A to G। We have the whole information, how to go there, what is the proper path, how long will it take, and what are the roads which we are going to actually follow, or sign everything. Information ਤੇ ਪੂਰੀ ਹੈ, ਪਰ ਹੁਣ ਕੀ ਹੈ, ਹੁਣ ਬੰਦਾ ਉਸ ਰੋਡ ਮੈਪ ਦੇ ਉੱਤੇ ਚੱਲਦਾ ਨਹੀਂ, ਉਹਨੂੰ ਫੋਲੋ ਨਹੀਂ ਕਰਦਾ, ਉਹਦੇ ਉੱਤੇ ਜਾਣਾ ਨਹੀਂ ਕਰਦਾ, ਐਫਰਟ ਨਹੀਂ ਪਾਉਂਦਾ। ਅਲਟੀਮੇਟਲੀ ਕੀ ਹੈ, ਐਂਡ ਰਿਜ਼ਲਟ ਜ਼ੀਰੋ ਹੈ, ਬਲਕਿ ਉਹ ਸਾਰੀ ਐਨਰਜੀ ਵੀ ਜਿਹੜੀ ਹੈ ਉਹ ਵੇਸਟ ਕਰ ਲਈ। ਗੁਰੂ ਕਹਿੰਦਾ ਜਿਹੜੇ ਮੇਰੇ ਰਾਹ ਤੇ ਆਉਣਾ ਹੈ ਨਾ ਭਾਈ, ਫਿਰ ਤੇ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਚੱਲਣਾ ਪੈਣਾ, ਤੁਰਨਾ ਪੈਣਾ, ਕਰਨਾ ਪੈਣਾ, ਅਪਣਾਉਣਾ ਪੈਣਾ, ਅਡਾਪਟ। ਇਹੀ ਗੁਣਗਾਨ ਹੈ। ਜੇ ਜਿਨ੍ਹਾਂ ਗੁਣਾਂ ਨੂੰ ਬੋਲਿਆ ਜਾ ਰਿਹਾ, ਅਸੀਂ ਬੋਲਦੇ ਹਾਂ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕੂੜ ਦੀ ਪਹਿਲੀ ਚੀਜ਼ ਹੈ ਝੂਠ। ਮੈਂ ਝੂਠ ਬੋਲਣ ਤੋਂ ਤੋਬਾ ਨਾ ਕਰਾਂ, ਮੈਂ ਝੂਠ ਵਿੱਚ ਜੀਣ ਤੋਂ ਬਾਹਰ ਨਾ ਆਵਾਂ। ਅਸੀਂ ਇੱਕ ਝੂਠ ਦੇ ਮੰਡਲ 'ਚ ਵੀ ਜੀਨੇ ਹਾਂ,
झूठी तसल्ली अपने आप नूं दिंदे आ, आले दुआले नूं दिंदे आ। बी रियलिस्टिक, लिव इन रियलिटी। जिहड़ी होप भी है बाणी उम्मीद ते आस की बड़ी गल करती है। दाता बड़ा बेअंत है, बहुत कुछ देण वाला ते नवाजण वाला आ, पर सतनाम दा पाठ ना छड्डी। सतनाम दा पाठ इहो जे बचन लगातार पढ़ी ते समझी ते अपने मन नूं समझाई, हकीकत विच रहना आ। जिहड़ी अल्टीमेट रियलिटी उह तक तां पहुँच सकिया जे आ ग्राउंड रियलिटी तैनूं समझ आएगी, ते जिहदे तो अपने आप नूं दूर नहीं लैके जाएगा। तो सो ये है सचियार होना, सही संसार विच जीना, तो फिर उहदे विच सही बोलना, सही सुनना, सही कहना, ये सब पार्ट ऑफ गुणगान आ। इसनूं क्या गया, गुरमुख हर गुण गाए। जिन्हें हरि दे गुण गाए, गुरु वल मूँह करके, गुरु आशे मुताबक जीवन हो गया, जी लिया, उहदे मुताबक तैयार हो गए। जिवें ये चीज़ प्रैक्टिकली की, उस शब्द ही हुक्मनामे के वाक्य सवेरे से विचार रहे थे कि गुरु रामदास साहब कहते कि जिन्होंने जिन हर जपिया से हर होए, हर मिलिया केल के लाले। जिन हर जपिया से हर होए। जपना, आराधना, बोलना, सिमरना, ये सारे लफ्ज़ बिल्कुल नेड़े दे ने। इसनू अज की जे मॉडर्न परस्पैक्टिव विच कहा जाए, जिवें किसी चीज़ की प्लांटिंग होंदी है, किसी चीज़ की सोइंग होंदी है, तुसी जिहो जे बीज मिट्टी विच बीजदे तुरे लगे जाते हो, मिट्टी उन्ना ही बीजां नूं सपोर्ट करना शुरू कर देंदी है। सपोज मिट्टी बड़ी फर्टाइल है, उहदे विच वत्तर भी है, मोइस्चर भी प्रॉपर आ, सीजन भी बड़ा वधिया आ। आपां हुण चाहिए तो उहदे विच फ्रीडम है, सानू असीं जो चाहिए बीज सकते हैं। कई बार असीं फ्री सोसाइटी की बड़ी गल करते हैं ना कि फ्री सोसाइटी की बड़ी मौज है सब कुछ। भाई फ्री सोसाइटी सब तो वड्डी फ्रीडम तो सानू अपने अंदर कुछ भी बीजण दी, कुछ भी अपनाण दी है। गुरु ये कहता है कि जे तू इसनूं प्रॉपरली यूज़ करना चाहुंदा आ तो फिर बड़े तरह के बीज बीजे होणगे, बड़े तरह के ख्याल, सोचां, विचार, रावां तू आले दुआले तो अडॉप्ट कर लियां होणगियां। आ गुरु वाले भी करके देख विचार, इन्हां थॉट्स नूं भी थोड़ा बहुता अपने अंदर बीज, ओहो जिहियां रावां अपने अंदर लैके जा। तो ये प्रैक्टिकल बात भी कही जाती है कि जेकर बंदा जो होना चाहुंदा आ, जो बनना चाहुंदा आ, जो करना चाहुंदा आ, ओहो जी विचार लगातार सुनी जाए, पढ़ी जाए, प्रोसेस करी जाए, एक दिन की होएगा, ओही हो जाएगा, ओही बन जाएगा। पर ईमानदाराना ढंग दे नाल, कोई इहदे च झूठ नहीं, कुछ फरेब नहीं, धोखा नहीं इहदे विच, ना अपने आप ना किसी नूं चीट नहीं करना। 100% उस राह नूं यही गुरु का संदेश है। यह है गुरु मुताबक। गुरु कहंदा जिन्ना हुंदा उन्ना कर, जिन्ना धारण कर सकदा उन्ना धारण कर, झूठ नहीं, फरेब नहीं। इत्थे बचन आया गुरमुख हर गुण गाए। जिन्हें गुरु मुताबक हरि दा गुणगान कर लिया, हिरदै रसन रसाए। हिरदै रसन, हिरदे दे विच एक रस वाली हालत बन गई। रस वाली हालत यह है, रसायन की समझ अजकल बड़ी आसानी नाल आउंदी है। कैमिकल जिहड़े बैलेंस या इंबैलेंसमेंट की गल तुसीं अक्सर सुनते हो, साइकैट्रिक साइड तो अक्सर समझाया जाता है, मैडिकल टर्मिनोलॉजी यूज़ की जाती है। दुनिया पद्धर ते ईवन ड्यूरिंग द पैंडैमिक असी कोविड-19 विचों लंघ रहे हैं, तो बड़ा फैटल वायरस है, हुण थोड़ा घटिया, शुरू से बड़ा डैडली सीगा, बड़ियां मौतां होईयां यूरोप विच, साडे स्टेट्स विच, इत्थे भी शुरू में बड़ा वड्डा इहदा इंपैक्ट पिया। तो ये लोगों लगा भी हाँ बड़ी वड्डी अलामत आ। हालांकि जो असी डाटा एनालिसिस जाने तो पता ही लगता है अज की तारीख विच भी जिन्नियां मौतां लोगों दियां सुसाइड करके हो रही ने, उन्नियां पैंडैमिक भी नहीं हो रही। लोग अपने आप को आप ही खत्म कर देंगे। इहदा जिहड़ा
ਮੁੱਖ ਕਾਰਨ ਲੱਭਿਆ ਜਾਂਦਾ ਹੈ। ਕਾਰਨ ਤੇ ਕਈ ਹੁੰਦੇ ਨੇ, ਪਰ ਇੱਕ ਚੀਜ਼ ਜਿਹੜੀ ਹੈ ਕੈਮੀਕਲ ਇੰਬੈਲੈਂਸਮੈਂਟ ਹਿਊਮਨ ਬ੍ਰੇਨ ਦੇ ਵਿੱਚ, ਉਹਦੇ ਸਦਕਾ ਮਾਈਂਡ ਸੈੱਟ ਜਿਹੜਾ ਆ, ਫਿਰ ਸਾਰੀ ਬਾਡੀ ਦੀ ਕੈਮਿਸਟਰੀ ਜਿਹੜੀ ਹੈ, ਇਹਦਾ ਸਾਰੇ ਦਾ ਸਿੱਧਾ ਸੰਬੰਧ ਸਾਡੇ ਥਾਟਸ ਦੇ ਨਾਲ ਹੈ। ਜਿਹੋ ਜਿਹੇ ਥਾਟਸ ਤੁਸੀਂ ਲਗਾਤਾਰ ਅਡਾਪਟ ਕਰਦੇ ਹੋ, ਪ੍ਰੋਸੈਸ ਕਰਦੇ ਹੋ, ਉਹੀ ਚੀਜ਼। ਤੇ ਜਿਹੜੀ ਪ੍ਰੈਕਟੀਕਲ ਗੱਲ ਕੀਤੀ ਗਈ ਨਾ, ਜਿਵੇਂ ਪਹਿਲਾਂ ਕੀਤੀ, ਪੁੱਛ ਨਾ ਪੁੱਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ। ਦੇਖੋ ਇਕੱਲਾ ਇਹੀ ਨਹੀਂ ਹੁੰਦਾ ਕਿ ਬੰਦੇ ਨੇ ਕੋਈ ਖਾਸ ਕੰਮਕਾਰ ਕਿਵੇਂ ਕਰਨਾ ਆ, ਬਲਕਿ ਉਸ ਕੰਮਕਾਰ ਨੂੰ ਮਨ ਦੀ ਦੁਨੀਆ ਦੇ ਵਿੱਚ ਪਹਿਲਾਂ ਕਿਵੇਂ ਪ੍ਰੋਸੈਸ ਕਰਨਾ ਆ। ਕੋਈ ਵੀ ਕਾਰਜ ਤੁਸੀਂ ਕਰਨਾ ਚਾਹੁੰਦੇ ਹੋ, ਉਹਦੇ ਪ੍ਰੋਪਰ ਰੀਜ਼ਨ ਹੋਣ ਤੁਹਾਡੇ ਕੋਲ, ਉਹਦੇ ਸਹੀ ਰੀਜ਼ਨ ਤੁਸੀਂ ਆਪਣੇ ਆਪ ਨੂੰ ਦੱਸ ਸਕੋ। ਕੋਈ ਵੀ ਤੁਸੀਂ ਈਵਨ ਕਿਸੇ ਤਰ੍ਹਾਂ ਦਾ ਵੀ, ਤੁਸੀਂ ਕਿਤੇ ਜਾਣਾ ਵੀ ਹੈ, ਤੁਸੀਂ ਕਲੀਅਰ ਹੋ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਉੱਥੇ, ਤੁਹਾਨੂੰ ਉੱਥੇ ਪਹੁੰਚ ਕੇ ਕੀ ਤੁਸੀਂ ਅਰਨ ਕਰੋਗੇ, ਕੀ ਅਟੇਨ ਕਰੋਗੇ। ਜਿੰਨਾ ਕਲੀਅਰ ਹੋਏਗਾ ਬੰਦਾ, ਜੇ ਬੰਦਾ ਕਿਸੇ ਦੇ ਕਹੇ ਲੱਗ ਕੇ ਜਾ ਰਿਹਾ ਹੈ, ਅੰਦਰ ਕੋਈ ਖੁਸ਼ੀ ਨਹੀਂ, ਉੱਥੋਂ ਵਾਪਸ ਵੀ ਆ ਗਿਆ, ਬਲਕਿ ਅੰਦਰ ਹੋਰ ਜ਼ਿਆਦਾ, ਜਿਵੇਂ ਸਪੋਜ਼ ਕਰੋ ਲੋਕ ਵਾਰੀ ਟੀਵੀ ਦੇਖਦੇ, ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਹਾਨੂੰ, ਸਾਈਕੋਲੋਜੀ ਦੇ 'ਚ ਸਿੱਧੇ ਤੌਰ 'ਤੇ ਬਾਤ ਕੀਤੀ ਜਾਂਦੀ ਹੈ। ਕਾਹਦੇ ਲਈ ਬੰਦਾ ਆਪਣੇ ਆਪ ਨੂੰ ਐਂਟਰਟੇਨ ਕਰਦਾ ਹੈ ਵੀ ਲੈਟਸ ਵਾਚ ਟੀਵੀ, ਇਨ ਦੈਟ ਵੇ ਯੂਅਰ ਮਾਈਂਡ ਫੀਲ ਲਿਟਲ ਰਿਲੈਕਸੇਸ਼ਨ, ਯੂ ਗੋਨਾ enjoy little bit relaxing time. But after watching few hours of TV, there is relaxation is not there. What that individual is feeling that time, some kind of regret. Why did I waste my time over here? ਉਹ ਹੁਣ ਕੈਮੀਕਲ ਬਿਲਕੁਲ ਉਲਟੇ ਹੋ ਗਏ। ਇਹ ਜਿਹੜੀ ਚੀਜ਼ ਆ, ਐਕਚੁਅਲੀ ਗੁਰਬਾਣੀ ਸਾਰੀ ਇਮਾਨਦਾਰੀ ਸਿਖਾਉਂਦੀ ਹੈ, ਜਿਹਨੂੰ ਅਸੀਂ ਇੰਟੀਗ੍ਰਿਟੀ ਕਹਿੰਦੇ ਆ, ਟਰੂਥਫੁਲਨੈਸ। ਗੁਰੂ ਇਹ ਸਿਖਾਉਂਦਾ ਆ, ਗੁਰੂ ਸੱਚ ਦੇ ਨੇੜੇ ਰੱਖਦਾ ਹੈ। ਜੇ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਅੰਦਰ ਦੋਖ ਚੱਲ ਰਿਹਾ ਹੈ, ਕੋਈ ਅੰਦਰ ਅਲਾਮਤ ਚੱਲ ਰਹੀ, ਗੁਰੂ ਬਾਬਾ ਜੀ ਕਹਿੰਦੇ ਘਬਰਾਉਣਾ ਕਿਉਂ, ਉੱਚੀ ਬੋਲ, ਦੱਸ, ਆਪਣੇ ਗੁਰੂ ਨੂੰ ਦੱਸ। ਇਸੇ ਕਰਕੇ ਸੰਗਤ 'ਚ ਆ ਕੇ ਦੱਸ, ਆਲੇ ਦੁਆਲੇ ਨੂੰ ਦੱਸ। ਅਸੀਂ ਸ਼ਬਦ ਪੜ੍ਹਦੇ ਹਾਂ, ਇਸ ਤੋਂ ਸ਼ਬਦ ਵਧੀਆ ਸ਼ਬਦ ਕੀ ਪੜ੍ਹਾਂਗੇ, ਜਿਨ੍ਹਾਂ ਨੂੰ ਸਮਝ ਆਉਂਦੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਗਾਇਨ ਤੇ ਗੁਣਗਾਨ ਕਰਨਾ ਆ, ਪਰ ਸੱਚ ਇਹ ਹੈ, ਮੈਂ ਗੁਣਗਾਨ ਕਿਵੇਂ ਕਰ ਸਕਦਾ, ਮੈਂ ਤੇ ਔਗੁਣਾਂ ਦਾ ਮਾਰਿਆ ਬੰਦਾ ਵਾ, ਲਿਟਰਲੀ ਤੌਰ ਤੇ। ਸੋ ਇਹ ਇੱਕ ਤਰ੍ਹਾਂ ਦੀ ਸੈਲਫ ਰਿਲਾਈਜੇਸ਼ਨ ਆ, ਇੱਕ ਤਰ੍ਹਾਂ ਦੀ ਸੈਲਫ ਅਨਾਲਿਸਿਸ ਆ, ਆਪਣੇ ਆਪੇ ਨੂੰ ਇੱਕ ਸੈਲਫ ਕਲੀਨਜਿੰਗ ਕਰਨ ਵਾਸਤੇ। ਇਹ ਸਾਰੇ ਇਹੀ ਗੁਰੂ ਸਾਹਿਬ ਨੇ ਇੱਕ ਰਿਲੀਜੀਅਸ ਐਕਸਰਸਾਈਜ਼ ਗੁਰੂ ਸਾਹਿਬ ਨੇ ਦਿੱਤੀ। ਇਹ ਗੁਰੂ ਦਾ ਕਾਰਜ ਹੈ। ਜਿਹੜਾ ਬੰਦਾ ਇਸ ਪਾਸੇ ਕੰਮ ਕਰੇਗਾ, ਗੁਰੂ ਕੇ ਕੰਮ ਕਰ ਲੱਗਾ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਹਿਰਦੈ ਰਸਨ ਰਸਾਏ। ਜਿਵੇਂ ਬੇਨਤੀ ਕੀਤੀ, ਟੀਵੀ ਦੇਖ ਕੇ ਫੀਲ ਤੇ ਐਂਟਰਟੇਨ ਹੋਣਾ ਚਾਹੀਦਾ ਸੀਗਾ, ਫੀਲ ਰਿਗਰੈਟ ਹੋ ਰਿਹਾ। ਇਹਦੇ ਮੁਕਾਬਲਤਨ ਤੇ ਇਹ ਜਿਤਨੀ ਇਮਾਨਦਾਰੀ ਨਾਲ ਤੁਹਾਡੇ ਥਾਟਸ ਅੰਦਰ ਪ੍ਰੋਸੈਸ ਹੋਣਗੇ, ਤੇ ਉਹ ਜੇ ਯੂਨੀਵਰਸਲ ਰਿਐਲਿਟੀ ਦੇ ਨਾਲ ਅੰਗੇਜ ਕਰ ਜਾਣਗੇ, ਉਹਦੇ ਨਾਲ ਅਲਾਇਨ ਕਰ ਜਾਣਗੇ, ਫਿਰ ਤੇ ਕਮਾਲ ਹੈ। ਸਪੋਜ਼ ਇਹ ਕਿ ਬੰਦਾ ਆਲੇ ਦੁਆਲੇ ਨੂੰ ਲੁੱਟ ਕੇ, ਖੋ ਕੇ, ਇਕੱਠਾ ਕਰਕੇ ਖੁਸ਼ ਹੋ ਰਿਹਾ, ਯੂਨੀਵਰਸਲ ਥਾਟ ਇਹ ਕਹਿ ਰਿਹਾ, ਨੋ ਸਮਥਿੰਗ ਇਜ਼ ਰੋਂਗ, ਇਹ ਨਹੀਂ ਠੀਕ ਹੈਗਾ। ਅੰਦਰ ਬੰਦਾ ਖੁਸ਼ੀ ਲੈ ਰਿਹਾ, ਥੋੜੀ ਦੇਰ ਬਾਅਦ ਵਕਤ ਬਤੀਤ ਹੁੰਦਿਆਂ ਹੋਇਆ ਪਤਾ ਲੱਗੇਗਾ, ਨੋ ਦੈਟ ਇਜ਼ ਨਾਟ ਗੁੱਡ। ਹੁਣ ਕੀ ਹੈ, ਹੁਣ ਰਿਗਰੈਟ ਆ ਰਿਹਾ। ਇਸ ਲਈ ਸਾਹਿਬ ਕਹਿੰਦੇ ਬੀ ਕਲੀਅਰ, ਆਪਣੇ ਆਪ ਨੂੰ ਕਲੀਅਰ ਰੱਖ। ਜੇ ਦੋਨੋਂ ਲਾਈਨਸ ਰਲਣ ਗਈਆਂ ਆਪਸ ਦੇ ਵਿੱਚ, ਹੁਣ ਕਿਸੇ ਦੀ ਸੇਵਾ ਕਰਕੇ, ਦੂਜਿਆਂ ਦੇ ਲਈ ਪਰਉਪਕਾਰ ਕਰਕੇ, ਦੂਜਿਆਂ ਦੀ ਉਸ ਅਹਿਸਾਸ ਵਿੱਚ ਜਾ ਕੇ, ਇਹ ਖੁਸ਼ੀ ਹੈ। ਪਰ ਇਹ ਖੁਸ਼ੀ ਬਿਲਕੁਲ ਇਮਾਨਦਾਰੀ ਨਾਲ ਲੈਣ ਦੀ ਜਾਚ ਆਵੇ ਬੰਦੇ ਨੂੰ। ਜਿਵੇਂ ਜਿਵੇਂ ਕਰਦਾ ਜਾਏਗਾ, ਇੱਕ ਯੂਨੀਵਰਸਲ ਆਈਡੀਆ ਆ, ਅੰਦਰ ਵੀ ਜਦੋਂ ਆਈਡੀਆ ਸਮਝ ਆਵੇਗਾ, ਇੱਕ ਅੰਦਰ ਐਸੀ ਹਾਲਤ ਬਣੇਗੀ, ਰਸ ਆਵੇਗਾ। ਇਸ ਨੂੰ ਸਾਹਿਬ ਨੇ ਕਿਹਾ, ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ। ਜਿਸ ਨੂੰ ਮਿਲਣਾ ਚਾਹੁੰਦੇ ਆ, ਉਹ ਸਹਿਜ ਸੁਭਾਏ ਮਿਲ ਜਾਏਗਾ, ਮੁਯੱਸਰ ਹੋ ਜਾਏਗਾ। ਜਿਵੇਂ ਸਪੋਜ਼ ਕਰੋ, ਇਹ ਦੇਖਿਆ ਗਿਆ ਕਿ ਨਾਰਥ ਅਮਰੀਕਨ ਕੰਟਰੀਜ਼ ਦੇ ਵਿੱਚ ਅਸੀਂ ਦੇਖਦੇ ਹਾਂ,
ਲੋਕਾਂ ਦੇ ਵਿੱਚ ਪੈਸੇ ਦੇ ਪ੍ਰਤੀ, ਉਹ ਕੈਪੀਟਲ ਸੁਸਾਇਟੀ ਹੈ, ਸਾਰਾ ਚੀਜ਼ ਹੀ ਇਸ ਗੱਲ 'ਤੇ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਚੀਜ਼ਾਂ ਨੂੰ ਕੰਟਰੋਲ 'ਚ ਵੀ ਕਿਵੇਂ ਕਰ ਸਕਦੇ ਹੋ, ਉਹਨਾਂ ਦੇ ਉੱਤੇ ਆਪਣੀ ਓਨਰਸ਼ਿਪ ਕਿਵੇਂ ਲਿਖ ਸਕਦੇ ਹੋ, ਮਲਕੀਅਤ ਕਿਵੇਂ ਬਣਾ ਸਕਦੇ ਹੋ। ਇੱਥੇ ਦੁਨੀਆ ਦੀ ਸਭ ਤੋਂ ਵੱਧ ਗੈਂਬਲਿੰਗ ਹੁੰਦੀ ਹੈ। ਪੂਰੇ ਸ਼ਹਿਰ ਬਣੇ ਨੇ ਜਿਹੜੇ ਸਿਰਫ ਕਸੀਨੋ ਤੇ ਗੈਂਬਲਿੰਗ 'ਤੇ ਖੜੇ ਨੇ। ਇਸ ਤੋਂ ਬਿਨਾਂ ਜਿਹੜੀ ਬੜੀ ਲੀਗਲ ਗੈਂਬਲਿੰਗ ਹੈ, ਜਿਹੜੀ ਲੋਟਰੀ ਬਾਜੀ ਹੈ, ਤੁਸੀਂ ਦੇਖੋ ਕਿੰਨੀ ਹੁੰਦੀ ਹੈ। ਇਹਦੇ ਬਾਬਤ ਬਹੁਤ ਸਾਰੀਆਂ ਰਿਸਰਚ ਤੇ ਸਟੱਡੀਜ਼ ਵੀ ਹੈਗੀਆਂ ਨੇ। ਲੋਕ ਕਿਵੇਂ ਕਮਲੇ ਕਿਉਂ ਹੋਏ ਨੇ, ਮਤਲਬ ਲਗਾਤਾਰ ਤਾ ਉਮਰ ਆਪਣੀ ਲੋਟਰੀ ਦੇ ਪੈਸਾ ਖਰਚੀ ਜਾਂਦੇ। ਇਹਦਾ ਕਾਰਨ ਇਹ ਹੈ ਕਿ ਬੰਦਾ ਲੋਟਰੀ ਨਹੀਂ ਬਾਏ ਕਰ ਰਿਹਾ, ਲੋਟਰੀ ਨਹੀਂ ਐਕਚੁਅਲੀ ਚਾਹ ਰਿਹਾ, ਉਹਦੀ ਵਿਸ਼ ਨਹੀਂ ਗਈ, ਖੁਸ਼ੀ ਦੀ ਵਿਸ਼ ਆ। ਇੱਕ ਦਿਨ ਇਤਨਾ ਸਰਮਾਇਆ ਆਏਗਾ, ਬੜੀ ਖੁਸ਼ੀ ਆਏਗੀ। ਜਿਨ੍ਹਾਂ ਲੋਕਾਂ ਦੇ ਕੋਲ ਲੋਟਰੀਜ਼ ਆ ਵੀ ਗਈਆਂ, ਬਾਅਦ 'ਚ ਪਤਾ ਲੱਗਾ ਉਹ ਖੁਸ਼ੀ ਨਹੀਂ ਆਈ। ਇਨਸਟੈਂਟ ਕੁਝ ਪਲ ਲਈ ਮਹਿਸੂਸ ਹੋਇਆ ਜਿਵੇਂ ਦੁਨੀਆ ਜਿੱਤ ਲਈ ਹੈ, ਮੁੜ ਕੇ ਜ਼ਿੰਦਗੀ ਤਾਂ ਉਸੇ ਤਰ੍ਹਾਂ ਦੀ ਹੈ। ਉਹੋ ਜੀ ਹੈਲਥ ਆ, ਉਹੋ ਜੀ ਫੈਮਿਲੀ ਆ, ਉਹੋ ਜਿਹਾ ਆਲਾ ਦੁਆਲਾ ਆ। ਐਜ਼ ਏ ਇੰਡੀਵਿਜੂਅਲ ਤੇ ਉਹੀ ਆ ਮੈਂ, ਫਰਕ ਕੀ ਪੈ ਗਿਆ ਹੈਗਾ। ਜੇ ਇਹਦੇ ਬਹੁਤ ਡੀਪ ਲੈਵਲ ਤੇ ਦੇਖੀਏ ਤੇ ਬਾਣੀ ਦਾ ਸ਼ਬਦ ਸੁਖ ਨਾਹੀਂ ਬਹੁਤਾ ਤਨ ਖਾਟੈ, ਸੁਖ ਨਾਹੀਂ ਪੇਖੈ ਨਿਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ। ਹਾਏ ਵੀ ਚੀਜ਼ ਇਹ ਹੈ ਜੇ ਸਮਝ ਆ ਜਾਏ ਤੇ, ਜੇ ਪਕੜ 'ਚ ਆ ਜਾਏ ਤੇ। ਸਾਹਿਬ ਨੇ ਬਿਆਨ ਕੀਤਾ, ਹਰ ਰਸਨ ਰਸਾਏ ਮੇਰੇ ਪ੍ਰਪਾਏ, ਮਿਲਿਆ ਸਹਿਜ ਸੁਭਾਏ। ਇਹ ਚੀਜ਼ ਐਸੀ ਖੁਸ਼ੀ ਜਿਹੜੀ ਸਹਿਜ ਸੁਭਾਏ, ਕਿਸੇ ਖਾਸ ਚੀਜ਼ ਦੇ ਉੱਤੇ ਨਹੀਂ ਟਿਕੀ, ਜਿਹੜੀ ਆਪਣੇ ਆਪ ਮੈਨੂੰ ਸਮਝ ਦੇ ਤੌਰ 'ਤੇ ਆ ਰਹੀ ਹੈ ਅੰਦਰ, ਉਹਦੀ ਬਾਤ ਹੋ ਰਹੀ ਹੈ। ਅਨਦਿਨ ਭੋਗ ਭੋਗੇ ਸੁਖ ਸੋਵੈ, ਸ਼ਬਦ ਰਹਿ ਲਿਵ ਲਾਏ। ਅਨਦਿਨ ਭੋਗ ਭੋਗੇ ਸੁਖ ਸੋਵੈ, ਭੋਗ ਭੋਗੈ ਸੁਖ ਸੋਵੈ। ਬੰਦਾ ਭੋਗ ਵਿਲਾਸ ਕਰਕੇ ਜਾਂ ਸੰਸਾਰ ਨੂੰ ਭੋਗ ਕੇ ਖੁਸ਼ੀ ਚਾਹੁੰਦਾ ਆ, ਪਰ ਇਹ ਵੀ ਪਤਾ ਲੱਗਦਾ ਹੈ ਕਿ ਜਿੰਨਾ ਬੰਦਾ ਸੰਸਾਰ ਨੂੰ ਭੋਗਣਾ ਚਾਹੁੰਦਾ ਹੈ, ਖੁਸ਼ੀ ਉਤਨੀ ਦੂਰ ਹੁੰਦੀ ਲੱਗੀ ਜਾਂਦੀ ਹੈ। ਜਿਵੇਂ ਸਪੋਜ਼ ਕਰੋ, ਮੈਂ ਸਰਲ ਭਾਵ ਵਿੱਚ ਬਿਆਨ ਕਰਾਂ, ਸੰਸਾਰ ਨੂੰ ਭੋਗਣ ਦੀ ਸਭ ਤੋਂ ਵੱਡੀ ਚੀਜ਼ ਕੀ ਹੋ ਸਕਦੀ ਹੈ? ਨਸ਼ਾ ਵਗੈਰਾ ਪੀ ਲੈਣਾ। ਮਤਲਬ ਲਿਟਰਲੀ ਤੌਰ 'ਤੇ ਬੰਦੇ 'ਚ ਡੋਪਾਮਾਈਨ ਰਿਲੀਜ਼ ਹੁੰਦਾ ਆ, ਬੰਦੇ ਨੂੰ ਯੂਫੋਰੀਆ ਫੀਲ ਹੁੰਦਾ, ਬੰਦਾ ਹਾਇਰ ਲੈਵਲ 'ਤੇ ਮਸਤੀ ਆ ਜਾਂਦੀ ਹੈ, ਪੈਰ ਥਿੜਕਦੇ ਨੇ ਬੰਦੇ ਦੇ ਅੰਦਰ ਅਜੀਬ ਹਾਲਤ, ਖੁਸ਼ੀ ਦੇ ਕੈਮੀਕਲ ਸਾਰੇ ਉਹ ਰਿਲੀਜ਼ ਹੋ ਜਾਂਦੇ ਨੇ। ਹੈ ਨਾ ਕਮਾਲ, ਕਿੰਨੀ ਖੁਸ਼ੀ ਹੈ ਦੇਖੋ ਤੁਸੀਂ। ਹਾਲਾਂਕਿ ਕਈ ਵਾਰ ਲੋਕਾਂ ਨੇ ਇਹਦੀ ਐਡਵੋਕੇਸੀ ਵੀ ਕੀਤੀ ਵੀ ਭਾਈ ਕਿਸੇ ਮੈਡੀਕਲ ਸੈਟਲਮੈਂਟ ਦੇ ਅੰਦਰ, ਮੈਡੀਕਲ ਜਿਹੜਾ ਹੈਗਾ ਫੈਸਿਲਿਟੀਜ਼ ਦੇ ਅੰਦਰ ਲੋਕਾਂ ਨੂੰ ਥੋੜ੍ਹਾ ਬਹੁਤਾ ਨਸ਼ਾ ਇੰਜੋਏ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਸ ਕਿਸਮ ਦੀਆਂ ਐਡਵੋਕੇਸੀਜ਼ ਵੀ ਰਹੀਆਂ, ਪਰ ਉਹਦਾ ਐਂਡ ਰਿਜ਼ਲਟ ਕੀ ਹੈ? ਐਂਡ ਰਿਜ਼ਲਟ ਇਹ ਹੈ, ਜਿੰਨਾ ਬੰਦਾ ਵੱਧ ਨਸ਼ਾ ਕਰੇਗਾ, ਲਏਗਾ, ਕ੍ਰੇਵਿੰਗ ਓਨੀ ਵੱਧ ਹੋਏਗੀ। ਇੱਕ ਪਲ ਲਈ ਬਹੁਤ ਹਾਈ ਫੀਲ ਕਰਦਾ ਹੈ, ਦੂਜੇ ਲੈਵਲ 'ਤੇ ਬਿਲਕੁਲ ਡਿਪਰੈਸਡ ਤੇ ਲੋ ਹੋ ਜਾਏਗਾ। ਕਾਹਦੀ ਖੁਸ਼ੀ ਹੈ? ਮੈਂ ਤਾਂ ਖੁਦ ਲੰਬੇ ਸਮੇਂ ਤੋਂ ਐਡਿਕਸ਼ਨ ਨਾਲ ਡੀਲ ਕਰਦੇ ਹੋਏ ਲੋਕਾਂ ਨਾਲ ਕੰਮ ਕਰ ਰਿਹਾ ਵਾਂ, ਅਤੇ ਉਹ ਕਈ ਵਾਰੀ ਇਸ ਗੱਲ ਦੇ ਉੱਤੇ ਰੋਂਦੇ ਵੀ ਨੇ ਕਿ ਜਦੋਂ ਕਿਤੇ ਮੈਂ ਨਹੀਂ ਸੀ ਕਰਦਾ ਨਸ਼ਾ ਆਇਆ ਇਸ ਕਿਸਮ ਦਾ, ਮੈਨੂੰ ਕੋਈ ਲੱਤ ਨਹੀਂ ਸੀ ਲੱਗੀ, ਉਹ ਜ਼ਿੰਦਗੀ ਕਿੱਡੀ ਵਧੀਆ ਸੀ, ਕੋਈ ਮੈਨੂੰ ਵਾਪਸ ਦੇ ਦਿਓ ਜ਼ਿੰਦਗੀ, ਮੈਂ ਆਪਣਾ ਜੀਵਨ ਉਹ ਚਾਹੁੰਦਾ ਵਾਂ। ਸੋ ਇੱਥੇ ਮਤਲਬ ਪਤਾ ਲੱਗਾ ਉਹ ਐਕਚੁਅਲੀ ਖੁਸ਼ੀ ਸੀਗੀ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਅਨਦਿਨ ਭੋਗ ਭੋਗੇ ਸੁਖ ਸੋਵੈ, ਸ਼ਬਦ ਰਹਿ ਲਿਵ ਲਾਈ। ਇਹ ਜਿਹੜਾ ਸੁਖ ਹੈ ਸ਼ਬਦ ਲਿਵ ਵਿੱਚੋਂ ਹੈ, ਇਹ ਚੰਗੇ ਵਿਚਾਰਾਂ ਖਿਆਲਾਂ ਦੀ ਉਹਦੀ ਉਹਨੂੰ ਅਪਣਾਉਣ ਦੇ ਵਿੱਚੋਂ ਆ। ਅਗਲਾ ਬਚਨ ਹੈ, ਵੱਡਾ ਭਾਗ ਗੁਰਪੂਰਾ ਪਾਈਐ ਅਨਦਿਨ ਨਾਮ ਤੇ ਆਏ। ਪਰ ਭਾਗ ਮਥੋਰ ਹੋਣ ਤੇ ਗੱਲ ਪਕੜੇ ਚ ਆਉਂਦੀ ਹੈ, ਨਹੀਂ ਤੇ ਨਹੀਂ ਆਉਂਦੀ। ਸਾਹਿਬ ਨੇ ਕਿਹਾ ਵੱਡਾ ਭਾਗ ਗੁਰਪੂਰਾ ਪਾਈਐ ਅਨਦਿਨ ਨਾਮ ਤੇ ਆਏ, ਤਾਂ ਜਾ ਕੇ ਇਹ ਫਿਰ ਰਾਤ ਦਿਨ ਨਾਮ ਤੇ ਆਉਣ ਵਾਲੀ ਬਾਤ ਬਣਦੀ ਹੈ। ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਇਹ ਨਾਨਕ ਕਹਿ, ਸਹਿਜੇ ਸਹਿਜ ਮਿਲਿਆ ਜਗ ਜੀਵਨ। ਉਸ ਸਹਿਜ ਦੇ ਪਾਥ ਨੂੰ, ਉਸ ਗੁਰੂ ਦੇ ਪਾਥ ਨੂੰ ਫੋਲੋ ਕਰਦਿਆਂ ਹੋਇਆ ਇੱਕ ਸਹਿਜੇ ਆਪਣੇ ਆਪ, ਇੱਕ ਸਹਿਜ ਦਾ ਮਤਲਬ ਹੈ ਜਿਹੜੀ ਗੁਰੂ ਦੀ ਆਈਡੀਓਲੋਜੀ ਹੈ। ਦੂਸਰਾ ਹੈ ਉਹਦੇ ਉੱਤੇ ਤੁਰਨ ਦੇ ਪੇਸ ਦੇ ਨਾਲ ਆਪਣੇ ਆਪ। ਮਤਲਬ ਬੱਚਾ ਕਹਿੰਦਾ ਆਈ ਵਾਂਟ ਟੂ ਬੀ
something such as a doctor, engineer, scholar, professor, teacher. Yes beta, you can be whatever your dream is, but you have to follow some sort of path. ਕਿਹੜਾ path ਆ? ਸਵੇਰੇ ਉੱਠਣਾ ਆ, ਨਹਾ ਧੋ ਕੇ ਖੁਸ਼ੀ ਨਾਲ ਸਕੂਲ ਜਾਣਾ ਹੈ, ਟੀਚਰ ਨੂੰ ਸੁਣਨਾ ਹੈ, ਉਹਦੀਆਂ ਗੱਲਾਂ ਨੂੰ ਅਮਲ ਵਿੱਚ ਲੈ ਕੇ ਆਉਣਾ ਹੈ, ਘਰ ਆਉਣਾ ਆ, ਦਿੱਤੇ ਹੋਮਵਰਕ ਨੂੰ ਕਰਨਾ ਹੈ, ਪਲੇ ਕਰਨਾ ਹੈ, enjoy your life and keep on repeating these things every day. ਹੋਏਗਾ ਕਿ 10, 12, 15 ਸਾਲ ਬਾਅਦ ਪਤਾ ਹੀ ਨਹੀਂ ਲੱਗੇਗਾ, ਹੱਥ 'ਚ ਡਿਗਰੀ ਹੋਏਗੀ, ਦਿਮਾਗ 'ਚ ਨੌਲੇਜ ਹੋਏਗੀ, ਕੋਲ ਟਾਈਟਲ ਹੋਏਗਾ, ਕੈਰੀਅਰ, ਸਾਰਾ ਖੁਸ਼ੀ ਹੋਏਗਾ, ਸਹਿਜੇ ਹੋ ਗਿਆ ਆਇਆ। ਗੁਰੂ ਵੀ ਕਹਿੰਦਾ ਪਾਥ ਆ, ਦੇ ਰਿਹਾ ਤੈਨੂੰ ਫੋਲੋ ਕਰ, ਗੁਰਮੁਖੀ ਹੋ ਜਾਏਗਾ ਗੁਰੂਮੁਖ ਦੇ ਰਾਹ ਨੂੰ ਫੋਲੋ ਕਰਦਿਆਂ ਹੋਇਆ। ਇੱਥੇ ਕਿਆ ਸਹਿਜੇ ਸਹਿਜ ਮਿਲਿਆ ਜਗਜੀਵਨ ਨਾਨਕ ਸੁਨ ਸਮਾਏ। ਇਹ ਕੋਈ ਉਹ ਸਟੇਟ ਆਫ ਮਾਈਂਡ ਤੇ ਨਹੀਂ ਜਿੱਥੇ ਥਾਟਲੈਸ ਹੋ ਜਾਂਦੀ, ਪਰ ਹਾਂ ਸੁਨ ਸਮਾਏ ਜਿੱਥੇ ਵਕਾਰਾਂ ਵੱਲੋਂ ਸੁਨ ਪੈ ਜਾਂਦੀ ਹੈ। ਬਸ ਸਭ ਚੰਗੇਰੇ ਖਿਆਲ ਸੋਚ ਵਿਚਾਰਾਂ ਤੋਂ ਅਹਿਸਾਸ ਜੀਵਨ 'ਚ ਆ ਜਾਂਦੇ ਨੇ। ਅਗਲੇ ਪਦਿਆਂ ਦੇ ਵਿਚਾਰ ਆਉਂਦੇ ਸਮੇਂ ਵਾਸਤੇ ਅੱਜ ਲਈ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ। ਕਿਸਾਨ ਵੀਰ ਭੈਣਾਂ ਲਈ ਉਹਨਾਂ ਦੀ ਸਫਲਤਾ ਲਈ ਅਰਦਾਸ ਕਰਦਿਆਂ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।